3 ਜੂਨ 2020 ਨੂੰ ਕੈਬਨਿਟ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ, ਜਿਹਦੇ ਵਿੱਚ ਖੇਤੀ ਸੰਬੰਧੀ ਇੱਕ ਨਵਾਂ ਆਰਡੀਨੈਂਸ 2020 ਜਾਰੀ ਕੀਤਾ ਗਿਆ ਹੈ। ਬਹੁਤ ਸਾਰੇ ਕਿਸਾਨ ਵੀਰ ਇਸ ਬਾਰੇ ਮੈਨੂੰ ਪੁੱਛ ਰਹੇ ਸੀਗੇ ਕਿ ਦੱਸਿਆ ਜਾਵੇ ਆਪਣੀ ਭਾਸ਼ਾ ਦੇ ਵਿੱਚ ਕਿ ਇਹਦੇ ਵਿੱਚ ਹੈ ਕੀ ਹੈ। ਕਈ ਸ਼ੰਕਾਵਾਂ ਕਿਸਾਨ ਵੀਰਾਂ ਨੇ ਜ਼ਾਹਰ ਕੀਤੀਆਂ ਹੈ ਕਿ MSP ਜਾਂ ਮੰਡੀ ਬੋਰਡ ਟੁੱਟ ਜੂ, ਕੀ ਨੁਕਸਾਨ ਹੋਊ, ਕੀ ਫਾਇਦਾ ਹੋਊ, ਕਿਤੇ ਇੱਦਾਂ ਹੋਵੇ ਕਿ ਯੂਪੀ ਦਾ ਝੋਨਾ ਆ ਕੇ ਪੰਜਾਬ 'ਚ ਵਿਕਣ ਲੱਗ ਪਏ। ਤਾਂ ਇਸ ਸੰਬੰਧੀ ਮੇਰੇ ਨਿੱਜੀ ਵਿਚਾਰ ਜੋ ਕਿਸਾਨ ਵੀ ਮੇਰੇ ਤੋਂ ਪੁੱਛਣਾ ਚਾਹੁੰਦੇ ਸੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, 3 ਤਰੀਕ ਨੂੰ ਜਿਹੜਾ ਸਰਕਾਰ ਨੇ ਆਰਡੀਨੈਂਸ ਜਾਰੀ ਕੀਤਾ ਹੈ, ਮੇਰੇ ਅਨੁਸਾਰ ਨਹੀਂ, ਜੋ ਸਰਕਾਰ ਕਹਿੰਦੀ ਹੈ ਪਹਿਲਾਂ ਉਹ ਦੱਸ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਵਿੱਚ ਗ੍ਰਾਮੀਣ ਭਾਰਤ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ। ਇਹ ਸਰਕਾਰ ਦਾ ਕਹਿਣਾ ਹੈ। ਖੇਤੀ ਸੈਕਟਰ ਨੂੰ ਲਾਭ ਪਹੁੰਚਾਉਣ ਦੇ ਲਈ ਇਸ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ। ਜ਼ਰੂਰੀ ਵਸਤਾਂ ਐਕਟ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਹੈ, 1 ਨੰਬਰ। ਦੂਜੀ ਗੱਲ, ਖੇਤੀਬਾੜੀ ਉਪਜ ਦਾ ਇੱਕ ਰਾਜ ਦੇ ਅੰਦਰ ਤੇ ਇੱਕ ਰਾਜ ਤੋਂ ਦੂਸਰੇ ਰਾਜ ਤੱਕ ਬਿਨਾਂ ਕਿਸੇ ਰੋਕ ਟੋਕ ਤੋਂ ਲੈ ਕੇ ਜਾਣ ਨੂੰ ਦਾ ਆਰਡੀਨੈਂਸ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਹੈ ਇਹਨਾਂ ਨੇ। ਤੀਸਰੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਇਹ ਕਿਹਾ, ਇਸ ਲਈ ਮਜ਼ਬੂਤੀ ਦਿੱਤੀ ਹੈ ਕਿ ਉਹ ਜਿਹੜੇ ਵੀ ਕੋਈ ਵੱਡੀਆਂ ਕੰਪਨੀਆਂ ਹੈ, ਵੱਡੇ ਰਿਟੇਲਰ ਹੈ, ਵੱਡੇ ਬਿਜ਼ਨਸਮੈਨ ਹੈ, ਸਿੱਧਾ ਹੀ ਉਹਨਾਂ ਨੂੰ ਸਮਾਨ ਬਿਨਾਂ ਵਿਚੋਲੇ ਤੋਂ ਵੇਚ ਸਕਦੇ ਹੈ। 3 ਚੀਜ਼ਾਂ ਸਰਕਾਰ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਕਰਾਂਗੇ ਅਤੇ ਇਸ ਆਰਡੀਨੈਂਸ ਨੂੰ ਪਾਸ ਕਰਾਵਾਂਗੇ। ਤਾਂ ਸਰਕਾਰ ਦੇ ਅਨੁਸਾਰ ਇਹ ਆਰਡੀਨੈਂਸ ਕਿਸਾਨਾਂ ਦੇ ਲਈ ਬਹੁਤ ਮਹੱਤਵਪੂਰਨ ਹੋਏਗਾ। ਤੁਹਾਡੀਆਂ ਜਿਹੜੀਆਂ ਸ਼ੰਕਾਵਾਂ ਹੈ ਉਹਨਾਂ ਬਾਰੇ ਵੀ ਮੈਂ ਇਸ ਵੀਡੀਓ 'ਚ ਗੱਲ ਕਰਾਂਗਾ। ਪਹਿਲਾਂ ਸਰਕਾਰ ਕੀ ਕਹਿੰਦੀ ਹੈ ਉਹ ਸੁਣ ਲਈਏ। ਸਰਕਾਰ ਦਾ ਪਹਿਲਾ ਹੀ ਗੱਲ ਤੇ ਕਹਿਣਾ ਹੈਗਾ ਹੈ ਕਿ ਜਿਹੜਾ ਜ਼ਰੂਰੀ ਵਸਤਾਂ ਦਾ ਐਕਟ ਹੈ ਉਹਦੇ ਵਿੱਚ ਸੰਸ਼ੋਧਨ ਕੀਤਾ ਜਾਊਗਾ। ਜ਼ਰੂਰੀ ਵਸਤਾਂ ਦਾ ਐਕਟ ਕੀ ਹੈ? ਜਿਹਦੇ ਵਿੱਚ ਅਨਾਜ, ਦਾਲਾਂ, ਤੇਲ ਬੀਜ, ਖੁਰਾਕੀ ਤੇਲ, ਪਿਆਜ਼, ਆਲੂ, ਇਹੋ ਜਿਹੀਆਂ ਵਸਤੂਆਂ ਨੂੰ ਇੱਕ ਐਸੈਂਸ਼ੀਅਲ ਕੋਮੋਡਿਟੀ ਐਕਟ ਦੇ ਦੁਆਰਾ ਪਰ ਇੱਕ ਕੈਪ ਦੇ ਵਿੱਚ ਬੰਨਿਆ ਹੋਇਆ ਸੀਗਾ। ਮਤਲਬ ਕਿ ਇੱਕ ਜਾਰੀ ਕੀਤੀ ਗਈ ਸੀਗੀ ਉਹਦੀ ਸੂਚਨਾ ਕਿ ਇੰਨੇ ਤੋਂ ਜ਼ਿਆਦਾ ਕੋਈ ਵੀ ਵਿਅਕਤੀ ਸਟਾਕ ਨਹੀਂ ਰੱਖ ਸਕੇਗਾ। ਮੰਨ ਲਓ ਕਿ ਸਟਾਕ ਲਿਮਟ ਕਿਸੇ ਦੀ 1 ਕੁਇੰਟਲ ਹੈ ਕਿ ਕੋਈ ਵਿਅਕਤੀ ਇਹ ਚੀਜ਼ 1 ਕੁਇੰਟਲ ਤੋਂ ਵੱਧ ਆਪਣੇ ਕੋਲ ਨਹੀਂ ਰੱਖ ਸਕੇਗਾ। ਅਲੱਗ-ਅਲੱਗ ਚੀਜ਼ਾਂ ਦੀ ਸਟਾਕ ਲਿਮਟ ਅਲੱਗ-ਅਲੱਗ ਹੈ, ਕੋਈ 1000 ਕੁਇੰਟਲ ਹੈ, ਕੋਈ 2000 ਕੁਇੰਟਲ ਹੈ। ਪਰੰਤੂ ਹੁਣ ਇਹਨਾਂ ਨੂੰ ਉਸ ਤੋਂ ਬਾਹਰ ਕੱਢ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਇਹਨਾਂ ਚੀਜ਼ਾਂ ਦੀ ਕਿੰਨੀ ਵੀ ਮਾਤਰਾ ਆਪਦੇ ਘਰੇ ਜਾਂ ਆਪਦੇ ਫੈਕਟਰੀ ਦੇ ਵਿੱਚ ਸਟੋਰ ਕਰਕੇ ਰੱਖ ਸਕਦਾ ਹੈ। ਸਮਝ ਲੱਗ ਗਈ? ਇਹ ਕਿਉਂ? ਇਹ ਇਸ ਲਈ ਕੀਤਾ ਗਿਆ ਹੈ ਤਾਂ ਕਿ ਜਿਹੜਾ ਕਿਸਾਨ ਤੋਂ ਵੱਡੀਆਂ ਕੰਪਨੀਆਂ ਸਮਾਨ ਖਰੀਦ ਸਕਣ। ਸਰਕਾਰ ਕਹਿੰਦੀ ਹੈ ਕਿ ਹੁੰਦਾ ਕੀ ਹੈ ਕਿ ਇੱਕ ਜਗ੍ਹਾ ਦੇ ਉੱਪਰ ਕਿਸੇ ਚੀਜ਼ ਦਾ ਉਤਪਾਦਨ ਜ਼ਿਆਦਾ ਹੋ ਜਾਂਦਾ ਹੈ, ਜਿਹਦੇ ਕਰਕੇ ਉਸ ਜਗ੍ਹਾ 'ਤੇ ਉਹਦਾ ਜਿਹੜਾ ਬਾਜ਼ਾਰ ਦਾ ਮੁੱਲ ਹੈ ਉਹ ਘਟ ਜਾਂਦਾ ਹੈ। ਲੋਕਲ ਵਪਾਰੀ ਘੱਟ ਰੇਟ 'ਤੇ ਖਰੀਦਦਾ ਹੈ। ਤਾਂ ਉਸ ਸਥਿਤੀ ਦੇ ਵਿੱਚ ਕਿਸਾਨ ਦੇ ਕੋਲੇ ਨਾ ਤਾਂ ਕੋਈ ਕੋਲਡ ਸਟੋਰ ਹੁੰਦਾ, ਨਾ ਕੋਈ ਸੰਭਾਲਣ ਦੀ ਜਗ੍ਹਾ ਹੁੰਦੀ ਹੈ। ਜ਼ਿਆਦਾਤਰ ਚੀਜ਼ਾਂ ਖਰਾਬ ਹੋ ਜਾਂਦੀਆਂ, ਕਿਸਾਨ ਨੂੰ ਸਹੀ ਮੁੱਲ ਨਹੀਂ ਮਿਲਦਾ। ਇੱਕ ਤਾਂ ਜਦੋਂ ਵੱਧ ਬੰਦੇ ਖਰੀਦਣ ਵਾਲੇ ਆਉਣਗੇ ਤਾਂ ਕਿਸਾਨ ਨੂੰ ਮੁੱਲ ਵੱਧ ਮਿਲੂਗਾ। ਦੂਸਰਾ, ਜਦੋਂ ਕਿਸਾਨ ਇਸ ਚੀਜ਼ ਲਈ ਆਜ਼ਾਦ ਹੋਏਗਾ ਕਿ ਆਪਣਾ ਪੰਜਾਬ ਦੇ ਵਿੱਚ ਪੈਦਾ ਕੀਤੀ ਹੋਈ ਚੀਜ਼ ਉਹ ਆਂਧਰਾ ਪ੍ਰਦੇਸ਼ ਜਾ ਕੇ ਬਿਨਾਂ ਰੋਕ ਟੋਕ ਤੋਂ ਵੇਚਣੀ ਚਾਹਵੇ ਤਾਂ ਉਹਨੂੰ ਕੋਈ ਰੋਕੇਗਾ ਨਹੀਂ, ਜਿੱਥੇ ਮਰਜ਼ੀ ਲੈ ਜੇ। ਕਿਸਾਨ ਦੀ ਮਰਜ਼ੀ, ਆਪਣੀ ਫਸਲ ਜਿੱਥੇ ਮਰਜ਼ੀ ਲਿਜਾ ਕੇ ਵੇਚੇ। ਤੋ ਤੁਹਾਡੇ ਦਿਮਾਗ 'ਚ ਖਿਆਲ ਆ ਰਿਹਾ ਹੋਊਗਾ ਕਿ ਯੂਪੀ ਵਾਲੇ 1000 ਰੁਪਏ ਦਾ ਝੋਨਾ ਲਿਆ ਕੇ ਇੱਥੇ ਸਰਕਾਰੀ ਖਰੀਦ 'ਤੇ 1888 ਨੂੰ ਵੇਚ ਦੇਣਗੇ। ਇਹ ਨਹੀਂ ਹੋਣ ਵਾਲਾ। ਇਹਦੇ 'ਤੇ ਅੱਗੇ ਗੱਲ ਕਰਦਾ। ਇਸ ਤੋਂ ਅਗਲੀ ਗੱਲ ਕਿ ਇਸ ਦੇ ਵਿੱਚ ਇੱਕ ਸਾਨੂੰ ਡਰ ਆਉਂਦਾ ਹੈ ਕਿ ਜੇਕਰ ਪ੍ਰਾਈਵੇਟ ਕੰਪਨੀ ਆ ਗਈ, ਇੱਕ ਅਮਰੀਕਾ ਦੀ ਕੰਪਨੀ ਆ ਗਈ, ਉਹਨੇ ਸਾਰੇ ਪੰਜਾਬ ਦਾ ਆਲੂ ਖਰੀਦ ਲਿਆ
तो मुड़ के गाहकां नूं आलू जिहड़ा हैगा 2 रुपये वाला आलू 50 रुपये ਜਾਂ 100 रुपये किलो मिलेगा। तो इस चीज़ नूं रोकण वास्ते सरकार ने आपदे कोल एक अधिकार रखिया है कि मान लो कि कल नूं अकाल पै जांदा है, कोई युद्ध हो जाता है, ਜਾਂ 2 रुपये वाली चीज़ की कीमत एकदम वध के 100 रुपया 50 रुपये हो जाती है, कोई कुदरती आपदा आउंदी है, तो इन्हां चीज़ों दीयां कीमतां नूं सरकार कंट्रोल करेगी। परंतु सरकार ने यह भी किया है कि जिहड़ा कोई व्यक्ति जिहड़ी कंपनी आएगी, कंपनी नूं भरोसा दवाया है कि जिन्नी उहदी पिछले साल का रिकॉर्ड होएगा, किन्ना उहने प्रोसैस किया जां जिन्ना बाहरले देशां नूं भेज रहा है, वो माल वो आपदे कोले रख सकते हैं, लेकिन उस तो वध वाला जिहड़ा माल हैगा वो सरकार फिर कंट्रोल रेट ते बेचूगी। ये चीज़ आ गई। तो ये नाल सरकार की कहती है कि वड्डियां वड्डियां कंपनियां आउणगीਆਂ, नवे खिडारी आउणगे जिहड़े कि तुहाडा जिहड़ा समान हैगा वो खरीद सकणगे। दूसरी गल, रुकावट रहित वपार। हुण तक जिहड़ा सिस्टम सीगा उहदे विच की सीगा कि जिहड़ी भी असीं खेतीबाड़ी की उपज पैदा करते हैं, सरकार दे एक कानून के आधार पर, कानून के अनुसार ਜਿਹੜੀਆਂ ਮੰਡੀਆਂ ਬਣੀਆਂ ਉਹਨਾਂ ਮੰਡੀਆਂ ਦੇ ਵਿੱਚ ਜਾ ਕੇ ਵੇਚਦੇ ਸੀਗੇ, ਅਤੇ ਉਹਨਾਂ ਮੰਡੀਆਂ ਦੇ ਵਿੱਚ ਇੱਕ ਆੜ੍ਹਤੀਆ ਹੁੰਦਾ ਸੀਗਾ ਜਿਹਨੂੰ ਸਰਕਾਰ ਲਾਇਸੈਂਸ ਬਣਾ ਕੇ ਦਿੰਦੀ ਸੀ ਅਤੇ ਉਹੀ ਬੰਦਾ ਖਰੀਦ ਸਕਦਾ ਸੀ। ਬਾਹਰਲਾ ਵਿਅਕਤੀ ਉੱਥੇ ਜਾ ਕੇ ਖਰੀਦਦਾਰੀ ਨਹੀਂ ਕਰ ਸਕਦਾ ਸੀ। ਤੁਸੀਂ ਬਾਹਰਲੇ ਵਿਅਕਤੀ ਨੂੰ ਇਹ ਚੀਜ਼ ਵੇਚ ਨਹੀਂ ਸਕਦੇ ਸੀਗੇ। ਹੁਣ ਸਰਕਾਰ ਨੇ ਕੀ ਕੀਤਾ ਹੈ ਕਿ ਤੁਹਾਨੂੰ ਉਸ ਮੰਡੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਬਾਹਰਲੀ ਕੰਪਨੀ ਡਾਇਰੈਕਟਲੀ ਆ ਕੇ ਤੁਹਾਡੇ ਖੇਤ 'ਚੋਂ ਵੀ ਖਰੀਦ ਸਕਦੀ ਹੈ। ਤੁਸੀਂ ਉਸ ਕੰਪਨੀ ਦਾ ਜਿੱਥੇ ਉਹਨੇ ਕੋਈ ਆਪਣਾ ਪੁਆਇੰਟ ਬਣਾਇਆ ਉੱਥੇ ਜਾ ਕੇ ਵੀ ਉਹਨੂੰ ਇਹ ਸਮਾਨ ਵੇਚ ਸਕਦੇ ਹੋ। ਸਰਕਾਰ ਨੂੰ ਜ਼ਰੂਰ, ਰਾਜ ਸਰਕਾਰ ਨੂੰ ਜ਼ਰੂਰ ਘਾਟਾ ਹੋਣ ਜਾ ਰਿਹਾ ਹੈ, ਕਿਉਂਕਿ ਉਹਦੀ ਕਈ ਤਰੀਕੇ ਦੀਆਂ ਫੀਸਾਂ ਦਾ ਉਹਨੂੰ ਨੁਕਸਾਨ ਹੋਏਗਾ। ਇੱਕ ਦੂਸਰੀ ਚੀਜ਼ ਸਮਝ ਗਏ ਜੋ ਸਰਕਾਰ ਨੇ ਕਿਹਾ ਹੈ, ਮੈਂ ਕੇਵਲ ਜੋ ਸਰਕਾਰ ਨੇ ਕਿਹਾ ਉਹ ਕਹਿ ਰਿਹਾ। ਤੀਸਰੀ ਗੱਲ, ਇੱਕ ਦੇਸ਼ ਇੱਕ ਖੇਤੀਬਾੜੀ ਬਾਜ਼ਾਰ। ਹੁਣ ਤੱਕ ਕੀ ਸੀਗਾ ਕਿ ਜੇਕਰ ਕਿਸਾਨ ਇੱਕ ਰਾਜ ਤੋਂ ਦੂਸਰੇ ਰਾਜ ਦੇ ਵਿੱਚ ਫਸਲ ਲੈ ਕੇ ਜਾਂਦਾ ਹੈ ਤਾਂ ਕਈ ਤਰੀਕੇ ਦੀਆਂ ਕਾਨੂੰਨੀ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਸੀ ਅਤੇ ਕਈ ਤਰੀਕੇ ਦੀਆਂ ਔਕੜਾਂ ਆਉਂਦੀਆਂ ਸੀ। ਇਸ ਕਾਨੂੰਨ ਦੇ ਨਾਲ ਕਿਸਾਨ ਆਪਣੀ ਫਸਲ ਪੂਰੇ ਭਾਰਤ ਦੇ ਵਿੱਚ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਵੇਚ ਸਕਦਾ ਹੈ। ਉਸ ਨੂੰ ਕੋਈ ਜਿਹੜਾ ਹੈਗਾ ਰੋਕੇਗਾ ਨਹੀਂ। ਇਹ ਕਿਸਾਨ ਦਾ ਦਮ ਹੈ ਕਿ ਉਹ ਕਿੰਨਾ ਕੁ ਇੰਟੈਲੀਜੈਂਟ ਹੈ, ਕਿੱਥੋਂ ਤੱਕ ਜਾ ਕੇ ਵੇਚ ਸਕਦਾ ਹੈ। ਨਾਲ ਹੀ ਸਰਕਾਰ ਨੇ ਇਹਦੇ ਵਿੱਚ ਇੱਕ ਚੀਜ਼ ਹੋਰ ਕੀਤੀ ਹੈ, ਉਹ ਇਹ ਹੈਗੀ ਹੈ ਕਿ ਕਿਸਾਨਾਂ ਨੂੰ ਪ੍ਰੋਸੈਸਰਾਂ, ਐਗਰੀਗੇਟਰਾਂ, ਥੋਕ ਵਿਕਰੇਤਾ, ਵੱਡੇ ਖੁਦਰਾ ਕਾਰੋਬਾਰੀਆਂ ਅਤੇ ਨਿਰਯਾਤਕਾਂ ਦੇ ਨਾਲ ਜੋੜ ਕੇ ਸਸ਼ਕਤ ਬਣਾਉਣ ਦੇ ਉੱਤੇ ਕੰਮ ਕੀਤਾ ਹੈ, ਸਰਕਾਰ ਦਾ ਕਹਿਣਾ ਹੈ। ਤਾਂ ਹੁਣ ਜਦੋਂ ਕਿਸਾਨ ਇਹਨਾਂ ਵੱਡੀਆਂ ਕੰਪਨੀਆਂ ਦੇ ਨਾਲ ਜੁੜੇਗਾ, ਇਹ ਸਰਕਾਰ ਦਾ ਕਹਿਣਾ, ਮੈਂ ਬਾਰ-ਬਾਰ ਇੱਕੋ ਸ਼ਬਦ ਬੋਲ ਰਿਹਾ, ਮੇਰਾ ਕਹਿਣਾ ਨਹੀਂ, ਤਾਂ ਉਹਦੇ ਨਾਲ ਉੱਥੋਂ ਵਧੀਆ ਤਕਨੀਕ ਅਤੇ ਹੋਰ ਚੀਜ਼ਾਂ ਕਿਸਾਨ ਤੱਕ ਪਹੁੰਚਣਗੀਆਂ ਅਤੇ ਕਿਸਾਨ ਨੂੰ ਇਹਦੇ ਨਾਲ ਅਧਿਕ ਲਾਭ ਮਿਲੇਗਾ। ਹੁਣ ਇਸ ਦੇ ਉੱਪਰ ਆਪਾਂ ਆਪਣੀ ਗੱਲ ਕਰਦੇ ਹਾਂ ਕਿ ਸਰਕਾਰ ਤਾਂ ਕਹਿੰਦੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਕਿਸਾਨ ਦਾ ਫਾਇਦਾ ਹੋਏਗਾ, ਪਰੰਤੂ ਕਿਸਾਨ ਦਾ ਪਹਿਲਾ ਧੜਕੂ ਇਹੀ ਹੈ। ਜਿਹੜੇ ਪੰਜਾਬ ਦੇ ਕਿਸਾਨਾਂ ਦੇ ਮੈਨੂੰ ਕੁਐਸਚਨ ਆਏ ਸੀਗੇ, ਯਾਰ ਇਹ ਤਾਂ ਹੋ ਗਿਆ ਤਾਂ ਫਿਰ ਯੂਪੀ ਵਾਲੇ 1000 ਰੁਪਏ ਵਾਲਾ ਝੋਨਾ ਲਿਆ ਕੇ ਇੱਥੇ ਵੇਚਣਗੇ। ਦੋਸਤੋ, ਇਹ ਚੀਜ਼ ਨਹੀਂ ਹੋਣ ਜਾ ਰਹੀ। ਇਹ ਚੀਜ਼ ਇਸ ਲਈ ਨਹੀਂ ਹੋਣ ਜਾ ਰਹੀ, ਤੁਸੀਂ ਇੱਕ ਦਸੰਬਰ ਜਨਵਰੀ ਦੇ ਵਿੱਚ ਇੱਕ ਅਫਵਾਹ ਉੱਡੀ ਸੀਗੀ ਕਿ ਸਰਕਾਰ ਮੰਡੀ ਬੋਰਡ ਤੋੜ ਰਹੀ ਹੈ, ਜਿਹੜੀ ਕਿ ਝੂਠੀ ਸੀਗੀ। ਅਸਲ 'ਚ ਸਰਕਾਰ ਮੰਡੀਕਰਨ ਬੋਰਡ ਤੋੜ ਨਹੀਂ ਰਹੀ ਸੀਗੀ। ਸਰਕਾਰ ਨੇ ਇਹ ਕੀਤਾ ਸੀਗਾ ਕਿ ਆੜ੍ਹਤੀਏ ਨੂੰ ਇਸ ਸਿਸਟਮ 'ਚੋਂ ਬਾਹਰ ਕੀਤਾ ਸੀ। ਸਰਕਾਰ ਨੇ ਕਿਹਾ ਕਿ ਜਿਹੜੀ ਏਜੰਸ ਹੈ ਕਿਸਾਨ ਆੜ੍ਹਤੀਏ ਕੋਲੇ ਜਾ ਕੇ ਵੇਚਦਾ ਹੈ, ਆੜ੍ਹਤੀਏ ਨੂੰ ਕਮਿਸ਼ਨ ਸਰਕਾਰ ਅੱਡ ਤੋਂ ਦੇਵੇਗੀ। ਹੁਣ ਤੱਕ ਕੀ ਸਿਸਟਮ ਹੈ? ਇਸ ਸਾਲ ਕੀ ਹੋਇਆ ਹੈ? ਸਰਕਾਰ ਨੇ ਸਾਡੀ ਕਣਕ ਦਾ ਪੈਸਾ ਦਿੱਤਾ ਆੜ੍ਹਤੀਏ ਨੂੰ, ਫਸਲ ਜੱਟ ਦੀ, ਖਰੀਦਦਾਰ ਸਰਕਾਰ, ਪੈਸਾ ਖਾਤੇ 'ਚ ਆਇਆ ਆੜ੍ਹਤੀਏ ਦੇ, ਆੜ੍ਹਤੀਏ ਨੇ ਅੱਗੇ ਚੈੱਕ ਰਾਹੀਂ ਜੱਟ ਦੇ ਖਾਤੇ ਦੇ ਵਿੱਚ ਜਾਂ ਕਿਸਾਨ ਦੇ ਖਾਤੇ 'ਚ ਪਾਇਆ ਹੈ। ਸਰਕਾਰ ਇਹ ਕਹਿੰਦੀ ਹੈ ਕਿ
ਆੜ੍ਹਤੀਏ ਨੂੰ ਉਹਦਾ ਕਮਿਸ਼ਨ ਅੱਡ ਮਿਲੇਗਾ। ਅਸੀਂ ਕਿਸਾਨ ਤੋਂ ਫਸਲ ਖਰੀਦੀ ਹੈ, ਕਿਸਾਨ ਦੇ ਪੈਸੇ ਸਿੱਧੇ ਕਿਸਾਨ ਦੇ ਖਾਤੇ 'ਚ ਆਉਣਗੇ, ਇਹ ਸਰਕਾਰ ਕਹਿੰਦੀ ਹੈ। ਲੇਕਿਨ ਕੁਝ ਏਜੰਸੀਆਂ ਅਤੇ ਆੜ੍ਹਤੀਆਂ ਨੇ ਇਹਦਾ ਵਿਰੋਧ ਕੀਤਾ ਸੀਗਾ, ਅਤੇ ਵਿਰੋਧ ਕਰਨ ਬਿਲਕੁਲ ਸਹੀ ਹੈ, ਪਰੰਤੂ ਇਹ ਨਾ ਕਹਿਣ ਕਿ ਮੰਡੀਕਰਨ ਬੋਰਡ ਟੁੱਟੇਗਾ ਇਹਦੇ ਨਾਲ। ਹੁਣ ਇਸ ਸਿਸਟਮ ਦੇ ਵਿੱਚ ਦੀ ਇੱਕ ਖਾਸੀਅਤ ਹੋਰ ਹੈ, ਜਿਹੜੀ ਕਿ ਹਰਿਆਣਾ ਦੇ ਵਿੱਚ ਲਾਗੂ ਹੈ, ਪੰਜਾਬ ਦੇ ਵਿੱਚ ਵੀ ਲਾਗੂ ਹੋਏਗੀ, ਰਾਜਸਥਾਨ ਦੇ ਵਿੱਚ ਵੀ ਲਾਗੂ ਹੈ। ਤਾਂ ਉਹ ਇਹ ਹੈਗੀ ਹੈ ਕਿ ਜਦੋਂ ਵੀ ਕੋਈ ਕਿਸਾਨ ਆਪਣੀ ਫਸਲ ਬੀਜਦਾ ਹੈ ਤਾਂ ਉਸ ਸਮੇਂ ਖਾਸ ਤੌਰ 'ਤੇ ਹਰਿਆਣੇ ਦੇ ਵਿੱਚ ਉਹਨੂੰ ਇੱਕ ਸਰਕਾਰੀ ਪੋਰਟਲ ਬਣਿਆ, ਮੇਰੀ ਫਸਲ ਮੇਰਾ ਬਿਊਰਾ। ਉੱਥੇ ਜਾ ਕੇ ਕਿਸਾਨ ਦਰਜ ਕਰਦਾ ਹੈ ਕਿ ਮੈਂ 20 ਕਿੱਲਿਆਂ ਦੇ ਵਿੱਚ ਝੋਨਾ ਬੀਜਣ ਲੱਗਿਆ। ਤਾਂ ਉਸ ਤੋਂ ਬਾਅਦ ਦੇ ਵਿੱਚ ਪਟਵਾਰੀ ਉਸ ਕਿਸਾਨ ਦੀ ਗਰਦੌਰੀ ਕਰਦਾ ਹੈ। ਗਰਦੌਰੀ ਕਰਕੇ ਉਹ ਇਹ ਚੀਜ਼ ਕਨਫਰਮ ਕਰਦਾ ਹੈ ਕਿ ਇਸ ਕਿਸਾਨ ਨੇ ਇੰਨੇ ਕਿੱਲਿਆਂ ਦੇ ਵਿੱਚ ਝੋਨਾ ਬੀਜਿਆ, ਅਤੇ ਸਰਕਾਰ ਇੱਕ ਐਵਰੇਜ ਝਾੜ ਮੰਨ ਕੇ ਉਹਨਾਂ ਕਿੱਲਿਆਂ ਦੀ ਜਿਹੜੀ ਉਪਜ ਹੈ ਉਸ ਕਿਸਾਨ ਤੋਂ ਖਰੀਦਦੀ ਹੈ। ਉਸ ਤੋਂ ਵੱਧ ਉਪਜ ਸਰਕਾਰ ਨਹੀਂ ਖਰੀਦਦੀ। ਇਹੀ ਸਿਸਟਮ ਪੰਜਾਬ ਦੇ ਵਿੱਚ ਵੀ ਲਾਗੂ ਹੋਣਾ ਹੈ। ਤਾਂ ਇਸ ਆਧਾਰ 'ਤੇ ਪੰਜਾਬ ਦੀ ਮਿੱਟੀ ਦੇ ਵਿੱਚ ਜਿਹੜੀ ਫਸਲ ਬੀਜੀ ਜਾਊਗੀ ਉਸ ਨੂੰ ਖਰੀਦਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸਰਕਾਰ ਉਸ ਨੂੰ MSP 'ਤੇ ਖਰੀਦੇਗੀ। ਪਰੰਤੂ ਜੇਕਰ ਹਰਿਆਣੇ ਦਾ ਕਿਸਾਨ ਜਾਂ ਜੇ ਕਹਿ ਲਓ ਕਿ ਪੰਜਾਬ ਦਾ ਕਿਸਾਨ ਜੇਕਰ ਹਰਿਆਣਾ ਵਿੱਚ ਜਾ ਕੇ ਸਰਕਾਰੀ ਖਰੀਦ 'ਤੇ ਕਣਕ ਵੇਚਣੀ ਚਾਹੁੰਦਾ ਸੀ ਤਾਂ ਉਹ ਨਹੀਂ ਵੇਚ ਸਕਦਾ, ਕਿਉਂਕਿ ਉੱਥੇ ਜਿਹੜਾ ਹੈਗਾ ਮੇਰਾ ਪੋਰਟਲ, ਮੇਰੀ ਫਸਲ ਮੇਰਾ ਬਿਊਰਾ ਪੋਰਟਲ 'ਤੇ ਉਹਨੇ ਅਪਲੋਡ ਨਹੀਂ ਕੀਤਾ ਹੋਇਆ। ਤਾਂ ਜਿਹੜੀ ਤੁਸੀਂ ਸ਼ੰਕਾ ਜ਼ਾਹਰ ਕਰ ਰਹੇ ਹੋ ਕਿ ਯੂਪੀ ਦਾ ਝੋਨਾ ਆ ਕੇ ਸਰਕਾਰੀ ਖਰੀਦ 'ਤੇ ਵਿਕ ਜਾਏਗਾ, ਤਾਂ ਉਹ ਨਹੀਂ ਹੋਏਗਾ। ਸ਼ੈਲਰ ਵਾਲੇ ਪ੍ਰਾਈਵੇਟ ਝੋਨਾ ਖਰੀਦ ਜਾਣਗੇ, ਉਹ ਨਹੀਂ ਹੋਏਗਾ, ਕਿਉਂਕਿ ਸ਼ੈਲਰ ਦੇ ਵਿੱਚ ਸਰਕਾਰੀ ਅਲਾਟਮੈਂਟ ਵਾਲਾ ਝੋਨਾ ਜਿੰਨਾ ਸਰਕਾਰ ਨੇ ਖਰੀਦਿਆ ਓਨਾ ਹੀ ਲੱਗਣਾ ਹੈ ਅਤੇ ਉਸ ਦੀ ਕੀਮਤ ਉਹਨੂੰ ਦੇਣੀ ਹੈ। ਉਹ ਅਗਲੀ ਗੇਮ ਤੁਸੀਂ ਸਾਰੇ ਜਾਣਦੇ ਹੋ ਜੋ ਕੀ ਹੁੰਦੀ ਹੈ ਕਿ ਝੋਨਾ ਕਿਵੇਂ ਜਾਂਦਾ ਹੈ, ਯੂਪੀ ਵਾਲਾ ਝੋਨਾ ਹੁਣ ਤੱਕ ਕਿਵੇਂ ਆਉਂਦਾ, ਇੱਕ ਵੱਖਰੀ ਕਹਾਣੀ ਹੈ, ਉਸ 'ਤੇ ਆਪਾਂ ਨੂੰ ਨਹੀਂ ਪੈਣਾ ਚਾਹੀਦਾ। ਤਾਂ ਤੁਹਾਡਾ ਅਧਿਕਾਰ ਇਸ ਤਰੀਕੇ ਨਾਲ ਪ੍ਰੋਟੈਕਟਡ ਹੋਏਗਾ। MSP ਖਤਮ ਨਹੀਂ ਹੋਏਗੀ, ਸਮਰਥਨ ਮੁੱਲ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਹਾਂ, ਇੱਕ ਚੀਜ਼ ਹੈ, ਤੁਹਾਡੇ ਵਿੱਚੋਂ ਕਈ ਵਿਅਕਤੀਆਂ ਦੇ ਰਿਸ਼ਤੇਦਾਰ ਅਮਰੀਕਾ ਕੈਨੇਡਾ ਰਹਿੰਦੇ ਹੈ, ਤਾਂ ਉਹ ਅਕਸਰ ਗੱਲ ਕਰਦੇ ਹੁੰਦੇ ਹੈ ਕਿ ਉੱਥੋਂ ਦਾ ਕਿਸਾਨ ਫਸਲ ਬੀਜਣ ਤੋਂ ਪਹਿਲਾਂ ਆਪਦੀ ਫਸਲ ਵੇਚ ਲੈਂਦਾ ਹੈ। ਤਾਂ ਇਸ ਸਿਸਟਮ ਦੇ ਆਉਣ ਦੇ ਨਾਲ ਅਸੀਂ ਇਲੈਕਟ੍ਰੋਨਿਕਲੀ ਫੋਨ 'ਤੇ ਹੀ ਆਪਣੀ ਫਸਲ ਵੇਚ ਸਕਾਂਗੇ। ਉਹ ਕਿਵੇਂ? 4 ਸਾਲ ਪਹਿਲਾਂ ਮੈਂ ਕੋਮੋਡਿਟੀ ਐਕਸਚੇਂਜ ਗਿਆ ਸੀ, ਜਿਹੜੀ ਕਿ ਆਪਣੇ ਲੁਧਿਆਣਾ ਦੇ ਵਿੱਚ ਆਰਤੀ ਚੌਂਕ ਦੇ ਵਿੱਚ ਸਥਿਤ ਹੈ। ਉੱਥੇ ਜਾ ਕੇ ਮੈਂ ਪਤਾ ਕੀਤਾ ਕਿ ਮੈਂ ਕਣਕ ਵੇਚਣੀ ਚਾਹੁੰਦਾ ਹੈ, ਤਾਂ ਉਹਨਾਂ ਨੇ ਕਿਹਾ ਕਿ ਕਣਕ ਹਜੇ ਤੱਕ ਕਿੱਥੇ, ਕਣਕ ਦਾ ਵਪਾਰ ਨਹੀਂ ਹੁੰਦਾ ਕਿਉਂਕਿ ਐਸੈਂਸ਼ੀਅਲ ਕੋਮੋਡਿਟੀ ਵਿੱਚ ਹੈ। ਤਾਂ ਮੈਨੂੰ ਉੱਥੇ ਮਹਿਸੂਸ ਹੋਇਆ ਕਿ ਕਿਸਾਨ ਦੇ ਨਾਲ ਬੜਾ ਵੱਡਾ ਧੱਕਾ ਹੈ, ਕਿਉਂਕਿ ਉਸ ਸਮੇਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 2000 ਤੋਂ ਉੱਪਰ ਰੇਟ ਸੀਗਾ ਅਤੇ ਸਾਨੂੰ ਬਹੁਤ ਘੱਟ ਰੇਟ 'ਤੇ ਮਿਲ ਰਿਹਾ ਸੀ। ਤਾਂ ਹੁਣ ਤੁਸੀਂ ਕੋਮੋਡਿਟੀ ਐਕਸਚੇਂਜ ਰਾਹੀਂ ਵੀ ਆਪਣੀ ਫਸਲ ਵੇਚ ਸਕਦੇ ਹੋ। ਕੋਮੋਡਿਟੀ ਐਕਸਚੇਂਜ ਕੀ ਹੁੰਦੀ ਹੈ, ਮੈਂ ਅਗਲੀ ਵੀਡੀਓ 'ਚ ਗੱਲ ਕਰਾਂਗਾ। ਥੋੜ੍ਹਾ ਜਿਹਾ ਤੁਹਾਨੂੰ ਉਹਦੀ ਵੰਨਗੀ ਦੱਸ ਦਿੰਦਾ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਕਿਸਾਨ ਜਦੋਂ ਫਸਲ ਬੀਜਣੀ ਹੁੰਦੀ ਹੈ ਤਾਂ ਉਹ ਇਹ ਦੇਖਦਾ ਕਿ ਕੋਮੋਡਿਟੀ ਐਕਸਚੇਂਜ ਦੇ ਵਿੱਚ ਜਦੋਂ ਮੈਂ ਫਸਲ ਵੱਢਣੀ ਹੈ, ਮੰਨ ਲਓ ਕਿ ਅਪ੍ਰੈਲ ਦੇ ਵਿੱਚ ਕਣਕ ਸਰੋਂ ਵੱਢੀ ਜਾਣੀ ਹੈ, ਉਸ ਸਮੇਂ ਕਿਸ ਚੀਜ਼ ਦਾ ਰੇਟ ਵੱਧ ਹੈ, ਤਾਂ ਉਸ ਨੂੰ ਬੀਜਣ ਤੋਂ ਪਹਿਲਾਂ ਹੀ ਇੱਕ ਆਈਡੀਆ ਲਾ ਕੇ ਕਿਸਾਨ ਉੱਥੇ ਸੌਦਾ ਕਰ ਲੈਂਦਾ ਹੈ ਕਿ ਮੈਂ ਅਪ੍ਰੈਲ ਦੇ ਵਿੱਚ ਇੰਨੇ ਕੁਇੰਟਲ ਕਣਕ, ਸਰੋਂ, ਛੋਲੇ ਜਾਂ ਆਲੂ ਦੇਵਾਂਗਾ। ਤਾਂ ਉੱਥੇ ਇੱਕ ਰੇਟ 'ਤੇ ਸੌਦਾ ਹੋ ਜਾਂਦਾ ਹੈ। ਉਸ ਚੀਜ਼ ਤੋਂ ਨਾ ਤਾਂ ਕਿਸਾਨ ਭੱਜ ਸਕਦਾ ਹੁੰਦਾ, ਨਾ ਹੀ ਕੰਪਨੀ ਭੱਜ ਸਕਦੀ ਹੁੰਦੀ ਹੈ, ਕਿਉਂਕਿ ਜਿਹੜਾ ਹੈਗਾ ਇਹ ਇੱਕ ਕਾਨੂੰਨ ਦੇ ਦੁਆਰਾ ਨਿਸ਼ਚਿਤ ਹੁੰਦਾ ਹੈ। ਪੂਰੀ ਦੁਨੀਆ ਦਾ ਵਪਾਰ ਇਸੇ ਤਰੀਕੇ ਨਾਲ ਕੋਮੋਡਿਟੀ ਐਕਸਚੇਂਜ ਦੇ ਵਿੱਚ ਚੱਲਦਾ। ਭਾਰਤ ਦੇ ਵਿੱਚ ਵੀ ਕੋਮੋਡਿਟੀ ਐਕਸਚੇਂਜ ਕਈ ਸਾਲਾਂ ਤੋਂ ਚੱਲ ਰਹੀ ਹੈ, ਪਰੰਤੂ ਅਸੀਂ ਕੁਝ ਫਸਲਾਂ ਉੱਥੇ ਨਹੀਂ ਵੇਚ ਸਕਦੇ ਸੀਗੇ, ਹੁਣ ਅਸੀਂ ਉੱਥੇ ਵੇਚ ਸਕਾਂਗੇ। ਤਾਂ ਕਿਸਾਨ ਨੂੰ ਪਤਾ ਲੱਗ ਗਿਆ ਕਿ ਮੇਰੀ ਕਣਕ ਪ੍ਰਾਈਵੇਟ ਤੌਰ 'ਤੇ ਇਸ ਰੇਟ 'ਤੇ ਵਿਕ ਰਹੀ ਹੈ, ਪਰੰਤੂ ਸਰੋਂ ਇਸ ਰੇਟ 'ਤੇ ਵਿਕ ਰਹੀ ਹੈ। ਤਾਂ ਕਿਸਾਨ ਉਸ ਸਮੇਂ ਫਿਰ ਕਣਕ ਦੀ ਜਗ੍ਹਾ 'ਤੇ ਸਰੋਂ ਦੀ ਖੇਤੀ ਵਾਲੇ ਪਾਸੇ ਆਏਗਾ, ਕਿਉਂਕਿ ਉਹ 'ਚ ਉਹਨੂੰ ਵੱਧ ਮੁਨਾਫਾ ਹੈ। ਤਾਂ ਕਹਿਣ ਦਾ ਮਤਲਬ ਇਹ, ਮੈਂ ਇਹ ਨਹੀਂ ਕਹਿੰਦਾ ਕਿ ਸਰੋਂ ਬੀਜਣ ਲੱਗ ਪਓ, ਇਹ ਇੱਕ ਉਦਾਹਰਨ ਹੈ। ਤਾਂ ਉਸ ਤਰੀਕੇ ਦੀ ਮਾਰਕੀਟਿੰਗ ਵੀ ਸਾਡੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕਰ ਸਕਦੇ ਆ। ਤਾਂ ਇਹ ਇਹਦਾ ਪਲੱਸ ਪੁਆਇੰਟ ਰਹਿਣ ਵਾਲਾ ਹੈ।
ਬਾਕੀ ਸ਼ੰਕਾਵਾਂ ਬਹੁਤ ਹੈ। ਅਗਲੇ ਦਿਨਾਂ ਦੇ ਵਿੱਚ ਇਹ ਵੱਡੀਆਂ ਕੰਪਨੀਆਂ ਦੇ ਜਦੋਂ ਖਰੀਦ ਦੇ ਵਿੱਚ ਆਉਣਗੀਆਂ ਤਾਂ ਊਠ ਕਿਸ ਕਰਵਟ ਬੈਠੇਗਾ ਇਹ ਤਾਂ ਮੌਕਾ ਹੀ ਦੱਸੇਗਾ। ਮੈਂ ਇਹ ਤੁਹਾਡੇ ਉੱਪਰ ਛੱਡਦਾ ਹੈ ਕਿ ਸਰਕਾਰ ਦਾ ਜਿਹੜਾ ਸੁਧਾਰ ਕੀਤਾ ਹੈ ਸਹੀ ਹੈ ਜਾਂ ਗਲਤ ਹੈ। ਪਰੰਤੂ ਜੋ ਸਰਕਾਰ ਨੇ ਇਹ ਨਵਾਂ ਆਰਡੀਨੈਂਸ ਲਿਆਂਦਾ ਹੈ ਇਹਦੀ ਜੋ ਵਿਆਖਿਆ ਸੀ ਪੰਜਾਬੀ ਦੇ ਵਿੱਚ ਉਹ ਮੈਂ ਤੁਹਾਨੂੰ ਖੁੱਲ੍ਹ ਕੇ ਕਰ ਦਿੱਤੀ ਹੈ। ਹੁਣ ਤੁਸੀਂ ਖੁਦ ਸਮਝੋ ਕਿ ਕੀ ਇਹ ਕਿਸਾਨ ਦੇ ਖਿਲਾਫ ਹੈ ਜਾਂ ਕਿਸਾਨ ਦੇ ਪੱਖ ਵਿੱਚ ਹੈ। ਜੋ ਤੁਹਾਡੀ ਬਾਹਰਲੀਆਂ ਸਟੇਟਾਂ 'ਚੋਂ ਆ ਕੇ ਸਮਾਨ ਵਿਕਣ ਦੀ ਸ਼ੰਕਾ ਸੀ ਉਹ ਤੁਹਾਨੂੰ ਮੈਂ ਦੱਸ ਦਿੱਤੀ ਹੈ। ਮੰਡੀਕਰਨ ਬੋਰਡ ਤੋੜਨ ਦੀ ਤੁਹਾਡੀ ਸ਼ੰਕਾ ਸੀ ਉਹ ਤੁਹਾਨੂੰ ਦੱਸ ਦਿੱਤੀ ਹੈ ਕਿ ਮੰਡੀਕਰਨ ਬੋਰਡ ਟੁੱਟ ਨਹੀਂ ਰਿਹਾ, ਬਲਕਿ ਪ੍ਰਾਈਵੇਟ ਮੰਡੀਆਂ ਹੋਰ ਆ ਰਹੀਆਂ। ਇਹ ਮੰਡੀਆਂ ਇਸੇ ਤਰੀਕੇ ਨਾਲ ਰਹਿਣਗੀਆਂ। ਮੰਡੀਕਰਨ ਬੋਰਡ ਭਾਰਤ ਦੇ ਵਿੱਚ ਕਦੇ ਵੀ ਨਹੀਂ ਟੁੱਟ ਸਕਦਾ, ਕਿਉਂਕਿ ਜੋ ਭਾਰਤ ਦੀ ਜਨਸੰਖਿਆ ਹੈ ਉਹਨੂੰ ਖਾਣਾ ਜੋ ਖਵਾਉਣਾ ਹੈ ਉਹ ਖਵਾਉਣ ਵਾਸਤੇ ਸਰਕਾਰ ਨੇ ਆਪਦੇ ਕੋਲੇ ਸਟਾਕ ਰੱਖਣਾ ਹੀ ਰੱਖਣਾ ਹੈ ਅਤੇ ਉਹ ਉਹਨਾਂ ਨੂੰ ਖਰੀਦ ਕਰਨੀ ਹੀ ਪਏਗੀ। ਕੋਈ ਵੀ ਰਾਜਾ, ਕਿਸੇ ਵੀ ਤਰ੍ਹਾਂ ਦਾ ਰਾਜਾ ਹੋਵੇ, ਪਹਿਲਾ ਉਸ ਦਾ ਕੰਮ ਇਹ ਹੁੰਦਾ ਹੈ ਕਿ ਆਉਣ ਵਾਲੇ ਟਾਈਮ ਵਾਸਤੇ ਖਾਣੇ ਦਾ ਸਟਾਕ ਰੱਖਣਾ ਤਾਂ ਕਿ ਜਨਤਾ ਨੂੰ ਖਾਣਾ ਖਵਾਇਆ ਜਾ ਸਕੇ। ਤਾਂ ਮੁੱਖ ਤੌਰ 'ਤੇ ਅਨਾਜ ਦਾ ਸਟੋਰ ਜਿਹੜਾ ਹੈਗਾ ਸਰਕਾਰ ਆਪਦੇ ਕੋਲੇ ਹਮੇਸ਼ਾ ਦੇ ਲਈ ਰੱਖੇਗੀ। ਤਾਂ ਇਹ ਸਰਕਾਰ ਦੀ ਮਜਬੂਰੀ ਹੈ ਕਿ ਦੇਸ਼ ਨੂੰ ਜੇਕਰ ਬਚਾ ਕੇ ਰੱਖਣਾ ਹੈ, ਭੁੱਖਮਰੀ ਫੈਲਣ ਤੋਂ ਬਚਾਉਣਾ ਹੈ ਤਾਂ ਸਰਕਾਰ ਨੂੰ ਸਰਕਾਰੀ ਖਰੀਦ ਜਾਰੀ ਰੱਖਣੀ ਪਏਗੀ। ਇਹ ਸਰਕਾਰ ਇਸ ਤੋਂ ਕਦੇ ਵੀ ਨਹੀਂ ਭੱਜ ਸਕਦੀ। ਇਹ ਸਰਕਾਰ ਮਤਲਬ ਮੈਂ ਹੋਣ ਵਾਲੀ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਕੋਈ ਵੀ ਸਰਕਾਰ ਹੋਵੇ ਕੇਂਦਰ ਦੇ ਵਿੱਚ ਤਾਂ MSP ਜਾਰੀ ਰਹੇਗੀ। ਹਜੇ ਤੱਕ ਫਿਲਹਾਲ ਇਸ ਦੇ ਵਾਪਸ ਆਉਣ ਦੀ ਕੋਈ ਵੀ ਉਮੀਦ ਨਹੀਂ। ਜ਼ਿਆਦਾਤਰ ਇਸ ਸੰਬੰਧੀ ਅਫਵਾਹਾਂ ਨੇ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।